ਤੁਸੀਂ ਦੇਖ ਰਹੇ ਹੋ ਪ੍ਰਤਾਪ ਸਿੰਘ ਢਿੱਲੋਂ ਦਾ ਲੋਕ ਭਲਾਈ ਟੀਵੀ ਕੈਨੇਡਾ ਤੇ ਮੈਂ ਹਾਂ ਇੰਦਰਮੋਹਨ ਸਿੰਘ ਅੰਜਾਨ। ਵਿਸ਼ੇਸ਼ ਮੁਲਾਕਾਤ ਵਿੱਚ ਤੁਹਾਡੀ ਗੱਲਬਾਤ ਕਰਾਉਣ ਜਾ ਰਹੇ ਹਾਂ ਡਾਕਟਰ ਬਲਜਿੰਦਰ ਸਿੰਘ ਜੀ, ਜਿਹੜੇ ਇੱਕ ਉੱਗੇ ਵਿਦਵਾਨ ਹੋਣ ਦੇ ਨਾਲ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਪ੍ਰੋਫੈਸਰ ਵੀ ਰਹੇ ਨੇ ਔਰ ਪ੍ਰਿੰਸੀਪਲ ਵੀ ਰਹੇ ਨੇ। ਤਾਂ ਇਸ ਸਮੇਂ ਉਹ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਨੇ ਕਮੇਟੀ ਦੇ ਜਿਹੜੇ ਮੁੱਖ ਬੁਲਾਰੇ ਵੀ ਨੇ। ਤੇ ਗੱਲਬਾਤ ਹੋ ਰਹੀ ਹੈ ਸਿੱਖ ਮੁੱਦਿਆਂ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਦੇ ਉੱਤੇ। ਤੇ ਆਓ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਡਾਕਟਰ ਬਲਜਿੰਦਰ ਸਿੰਘ ਜੀ ਦੇ ਨਾਲ। ਡਾਕਟਰ ਸਾਹਿਬ, ਲੋਕ ਭਲਾਈ ਟੀਵੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੇਰਾ ਪਹਿਲਾ ਸਵਾਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਭੰਡਿਆਰੇ ਵਾਲੇ ਸਾਧ ਤੋਂ ਸ਼ੁਰੂ ਹੋਈਆਂ ਤੇ ਉੱਥੋਂ ਚਲਦੀਆਂ ਉਦੋਂ ਜ਼ਿਆਦਾ ਜ਼ੋਰ ਫੜ ਲਿਆ ਜਦੋਂ ਪੰਜਾਂ ਤਖਤਾਂ ਦੇ ਜਥੇਦਾਰਾਂ ਨੇ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਤੇ ਮਾਫੀ ਦੇ ਕੇ ਮੁੜ ਕੇ ਉਸ ਹੁਕਮਨਾਮੇ ਨੂੰ ਵਾਪਸ ਲੈ ਲਿਆ। ਔਰ ਇਹ ਜਿਹੜੀ ਬੇਦਬੀ ਹੈ ਇਹ ਪਿੰਡਾਂ ਤੋਂ, ਕਸਬਿਆਂ ਤੋਂ, ਗਲੀਆਂ ਤੋਂ, ਬਾਜ਼ਾਰਾਂ ਤੋਂ ਹਿੰਦੂ ਹੌਲੀ ਹੌਲੀ ਇਹ ਪਹਿਲਾਂ ਪ੍ਰਾਈਵੇਟ ਜਿਹੜੇ ਨਿੱਜੀ ਗੁਰਦੁਆਰੇ ਨੇ ਮਹੱਲਿਆਂ 'ਚ ਤੱਕ ਪਹੁੰਚੀ, ਫਿਰ ਇਤਿਹਾਸਕ ਗੁਰਦੁਆਰਿਆਂ ਤੱਕ ਵੀ ਪਹੁੰਚੀ ਤੇ ਉਹਦੇ ਬਾਅਦ ਹੁਣ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ, ਉੱਥੇ ਕਿਸੇ ਵਿਅਕਤੀ ਵੱਲੋਂ ਜਿਹੜੀ ਆ ਸਿਗਰਟ ਦਾ ਧੂੰਆਂ, ਜਿਹੜਾ ਸਿਗਰਟ ਬਾਲ ਕੇ ਉਹਦਾ ਧੂੰਆਂ ਸੁੱਟਿਆ ਗਿਆ ਰਾਗੀ ਸਿੰਘਾਂ ਦੇ ਉੱਤੇ, ਔਰ ਇੱਕ ਹੋਰ ਬੇਦਬੀ ਹੈ ਔਰ ਇੱਕ ਬਹੁਤ ਹੀ ਵੱਡੀ ਮੰਦਭਾਗੀ ਘਟਨਾ। ਮੇਰਾ ਇਹ ਸਵਾਲ ਹੈਗਾ ਕਿ ਇਹਨਾਂ ਬੇਦਬੀਆਂ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਜਾਂ ਤਖਤਾਂ ਦੇ ਜਥੇਦਾਰਾਂ ਦੀ ਹੁਣ ਤੱਕ ਕੀ ਭੂਮਿਕਾ ਰਹੀ? ਦੇਖੋ, ਪਹਿਲੀ ਗੱਲ ਤਾਂ ਬੇਅਦਬੀਆਂ ਦਾ ਮੁੱਦਾ, ਇਸ ਨੂੰ ਅਸੀਂ ਜਦ ਤੱਕ ਮੁੱਦਾ ਬਣਾ ਕੇ ਸੋਚਾਂਗੇ, ਵਿਚਾਰਾਂਗੇ, ਹੱਲ ਨਹੀਂ ਹੋਏਗਾ। ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਅੱਜ ਹਰ ਸਿਆਸੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਬੇਅਦਬੀਆਂ ਦੇ ਮੁੱਦੇ ਨੂੰ ਨਵੀਂ ਸਰਕਾਰ ਬਣਨ ਵੇਲੇ ਇਹਨੂੰ ਹੱਲ ਕਰਾਂਗੇ, ਚਾਹੇ ਉਹ ਆਪ ਪਾਰਟੀ ਹੈ, ਚਾਹੇ ਕੋਈ ਹੋਰ ਪਾਰਟੀਆਂ ਨੇ। 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀਗਾ ਇਸ ਮੁੱਦੇ ਨੂੰ ਅਸੀਂ ਸੋਲਵ ਕਰਾਂਗੇ। ਦਰਅਸਲ 'ਚ ਇਹ ਮੁੱਦੇ ਨਹੀਂ ਨੇ, ਇਹ ਕੋਈ ਪਾਣੀ ਦਾ ਮੁੱਦਾ ਨਹੀਂ ਹੈ, ਇਹ ਕੋਈ ਪੰਜਾਬੀ ਬੋਲੀ ਦਾ ਮੁੱਦਾ ਨਹੀਂ ਹੈ। ਮੇਰੀ ਜ਼ਹਿਨੀਅਤ ਦੇ ਮੁਤਾਬਕ, ਮੇਰੀ ਸੋਚ ਮੁਤਾਬਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ, ਤਖਤਾਂ ਤੇ ਹੋ ਰਹੀਆਂ ਬੇਅਦਬੀਆਂ ਸਾਡੇ ਵਾਸਤੇ ਇੱਕ ਚੁਣੌਤੀ ਹੈ, ਇੱਕ ਚੈਲੰਜ ਹੈ, ਸਾਡੀ ਸਰਵਾਈਵਲ ਤੇ ਸਾਡੀ ਹੋਂਦ ਦਾ ਸਵਾਲ ਹੈ। ਇਹ ਮੁੱਦਾ ਨਹੀਂ ਹੈ। ਮੁੱਦੇ ਤੇ ਬਣਾ ਕਰਕੇ ਇਸ ਨੂੰ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਨੂੰ ਅਸੀਂ ਵੰਗਾਰ ਦੇ ਰੂਪ ਵਿੱਚ ਲੈਣਾ ਚਾਹੀਦਾ ਸਾਨੂੰ। ਇਹ ਚੈਲੰਜ ਹੈ ਸਿੱਖ ਕੌਮ ਦੇ ਸਾਹਮਣੇ। ਪੋਲੀਟੀਕਲ ਪਾਰਟੀਆਂ ਵਾਸਤੇ ਇਹ ਮੁੱਦਾ ਹੋ ਸਕਦਾ ਹੈ। ਬਾਦਲ ਨੇ ਇਸ ਨੂੰ ਮੁੱਦਾ ਬਣਾਇਆ ਔਰ ਬੇਅਦਬੀਆਂ ਕਰਾਈਆਂ, ਲੇਕਿਨ ਅਸੀਂ ਸਮਝਦੇ ਹਾਂ ਕਿ ਸਿੱਖ ਕੌਮ ਨੂੰ ਇਸ ਨੂੰ ਐਜ਼ ਏ ਵੰਗਾਰ, ਐਜ਼ ਏ ਚੈਲੰਜ ਐਕਸੈਪਟ ਕਰਨਾ ਚਾਹੀਦਾ ਹੈ। ਜਿੱਥੇ ਤੱਕ ਤੁਸੀਂ ਸਵਾਲ ਕੀਤਾ ਹੈ, ਮੈਂ ਉਹਦਾ ਜਵਾਬ ਦਿਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰਸ ਨੇ, ਇਹਨਾਂ ਦੇ ਆਪਣੇ ਆਪਣੇ ਹਲਕੇ ਨੇ ਔਰ ਇਹਨਾਂ ਦੀਆਂ ਡਿਊਟੀਆਂ ਆਇਦ ਨੇ, ਡਿਊਟੀਆਂ ਫਿਕਸ ਨੇ ਕਿ ਇਹਨਾਂ ਨੇ ਆਪਣੇ ਇਲਾਕੇ ਵਿੱਚ ਜਿੱਥੇ ਧਰਮ ਪ੍ਰਚਾਰ ਦੀ ਗੱਲ ਕਰਨੀ ਹੈ, ਉੱਥੇ ਨਾਲ ਇਹਨਾਂ ਨੇ ਗੁਰਦੁਆਰਿਆਂ ਦੇ ਸੁਚਾਰੂ ਪ੍ਰਬੰਧ ਨੂੰ ਐਨਸ਼ੋਰ ਕਰਨਾ ਹੈ, ਯਕੀਨਨ ਬਣਾਉਣਾ ਹੈ। ਔਰ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਸ ਇਸ ਦੇ ਉੱਤੇ ਸੁੱਤੇ ਪਏ ਨੇ। ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਇਹ ਫਿਕਰ ਨਹੀਂ ਹੈ। ਚਾਹੀਦਾ ਤਾਂ ਕੀ ਸੀਗਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਜਿਹੜੇ ਨੇ ਉਹ ਆਪਣੇ ਆਪਣੇ ਇਲਾਕੇ ਦੀਆਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਨਾਲ ਲੈ ਕਰਕੇ ਮੀਟਿੰਗਾਂ ਕਰਦੇ, ਇਲਾਕੇ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਨਾਲ ਬਿਠਾਉਂਦੇ, ਸਾਬਕਾ ਫੌਜੀਆਂ ਨੂੰ ਨਾਲ ਬਿਠਾਉਂਦੇ, ਪੁਲਿਸ ਅਫਸਰ, CRP ਦੇ ਪੁਰਾਣੇ ਅਫਸਰ,
BSF ਦੇ ਪੁਰਾਣੇ ਜਿਹੜੇ ਸਾਬਕਾ ਅਫਸਰ ਨੇ ਉਹਨਾਂ ਨਾਲ ਬਿਠਾਉਂਦੇ, ਤੇ ਜਿਹੜੇ ਵਲੰਟੀਅਰਸ ਆਪਣੇ ਆਪ ਨੂੰ ਗੁਰਦੁਆਰਿਆਂ ਦੇ ਠੀਕਰੀ ਪਹਿਰੇ ਵਾਸਤੇ ਅਰਪਣ ਕਰ ਸਕਦੇ ਨੇ, ਜਿਹੜੇ ਸੇਵਾਵਾਂ ਦੇ ਸਕਦੇ ਨੇ, ਕਿਉਂਕਿ ਗੁਰੂ ਘਰ ਦੇ ਵਾਸਤੇ ਮੈਂ ਤੁਹਾਨੂੰ ਦੱਸਾਂ ਹਰ ਵਿਅਕਤੀ ਸਮਾਂ ਕੱਢਣ ਲਈ ਤਿਆਰ ਹੋ ਜਾਏਗਾ, ਠੀਕਰੀ ਪਹਿਰੇ ਦੇਣ ਲਈ ਤਿਆਰ ਹੋ ਜਾਏਗਾ, ਲੇਕਿਨ ਉਹਦੇ ਵਾਸਤੇ ਲੀਡ ਕੌਣ ਲਏਗਾ, ਅਗਵਾਈ ਕੌਣ ਕਰੇਗਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਸ ਕਰਨਗੇ। ਔਰ ਜਦ ਤੱਕ ਅਸੀਂ ਉਹਨਾਂ ਦੇ ਉੱਤੇ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਨਹੀਂ ਕਰਾਂਗੇ, ਮੈਂ ਸਮਝਦਾ ਜਿਸ ਲਈ ਉਹਨਾਂ ਦੇ ਉੱਤੇ ਇੱਕ ਤਲਵਾਰ ਲਟਕੇਗੀ ਕਿ ਅੱਜ ਸਾਨੂੰ ਸਿੱਖ ਸੁਸਾਇਟੀ ਨੇ, ਸਿੱਖ ਸਮਾਜ ਨੇ ਸਾਡੇ ਉੱਤੇ ਇੱਕ ਰਿਸਪੌਂਸਿਬਿਲਿਟੀ ਫਿਕਸ ਕਰ ਦਿੱਤੀ ਹੈ, ਤੇ ਉਹਨਾਂ ਨੂੰ ਕਿਹਾ ਜਾਏ ਜੇਕਰ ਹੁਣ ਤੁਹਾਡੇ ਇਲਾਕੇ ਵਿੱਚ ਕੋਈ ਵੀ ਬੇਅਦਬੀ ਹੁੰਦੀ ਹੈ ਤਾਂ ਉਹਦੇ ਵਾਸਤੇ ਤੁਸੀਂ ਜ਼ਿੰਮੇਵਾਰ ਹੋਵੋਗੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲੀ ਤੁਹਾਡਾ ਬਾਈਕਾਟ ਕੀਤਾ ਜਾਏਗਾ। ਮੈਂ ਸਮਝਦਾ ਹਾਂ ਕਿ ਇਹੋ ਜ਼ਿੰਮੇਵਾਰੀ ਜਿਹੜੀ ਹੈ ਇਹ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰਸ ਦੇ ਉੱਤੇ, ਇਹਨਾਂ ਦੇ ਗ੍ਰੰਥੀ ਸਾਹਿਬਾਨ ਦੇ ਉੱਤੇ, ਤਖਤਾਂ ਦੇ ਜਥੇਦਾਰਾਂ ਦੇ ਉੱਤੇ, ਕਿਉਂਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹ ਵੀ ਇਸ ਪੁਆਇੰਟ ਦੇ ਉੱਤੇ, ਇਸ ਚੈਲੰਜ ਦੇ ਉੱਤੇ, ਇਸ ਮੁੰਗਾਰ ਦੇ ਉੱਤੇ ਉਹ ਵੀ ਬਿਲਕੁਲ ਆਰਾਮ ਦੀ ਭੁੱਖ ਦੀ ਨੀਂਦ ਸੌ ਰਹੇ ਨੇ। ਸੋ ਇਸ ਕਰਕੇ ਬੇਅਦਬੀਆਂ ਨੂੰ ਕਾਊਂਟਰ ਕਰਨ ਵਾਸਤੇ ਜਿਹੜਾ ਹੈ ਕਿਸੇ ਵੀ ਪ੍ਰਕਾਰ ਦਾ ਕੋਈ ਪ੍ਰਭਾਵਸ਼ਾਲੀ ਜਾਂ ਜਥੇਬੰਦਕ ਸਾਨੂੰ ਸਿਸਟਮ ਅਸੀਂ ਇਵੋਲਵ ਨਹੀਂ ਕੀਤਾ, ਜਿਹਦੇ ਕਰਕੇ ਬੇਅਦਬੀਆਂ ਦਿਨ ਪਰ ਦਿਨ ਵੱਧ ਰਹੀਆਂ। ਡਾਕਟਰ ਸਾਹਿਬ, ਬੀਤੇ ਦਿਨੀ 2-3 ਦਿਨ ਪਹਿਲਾਂ ਤੁਸੀਂ ਇੱਕ ਬਹੁਤ ਵੱਡਾ ਜਿਹੜਾ ਵੱਖ-ਵੱਖ ਜਥੇਬੰਦੀਆਂ ਨੂੰ ਲੈ ਕੇ ਵਿਸ਼ਵਾਸ ਘਾਤ ਰੋਸ ਦਿਵਸ ਜਿਹੜਾ ਮਨਾਇਆ, ਇਹਨਾਂ ਬੇਦੀਆਂ ਨੂੰ ਲੈ ਕੇ ਮਨਾਇਆ ਗਿਆ ਤੁਹਾਡੇ ਵੱਲੋਂ, ਹਵਾਲਾ ਕਮੇਟੀ ਵੱਲੋਂ, ਤੇ ਇਹ ਦੱਸੋ ਵੀ ਇਹਨਾਂ ਬੇਦੀਆਂ ਦੇ ਪਿੱਛੇ ਕਿਸ ਕਿਸ ਦਾ ਹੱਥ ਹੈਗਾ? ਕੀ ਮਹਿਸੂਸ ਕਰਦੇ ਹੋ? ਦੇਖੋ, ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿਆਂ, ਇਹਨਾਂ ਬੇਅਦਬੀਆਂ ਦੇ ਪਿੱਛੇ ਵੋਟਾਂ ਦੀ ਜਿਹੜੀ ਵੋਟ ਬੈਂਕ ਦੀ ਰਾਜਨੀਤੀ ਜਿਹੜੀ ਹੈ ਉਹ ਇਨਵੋਲਵ ਹੈ, ਤੇ ਨਾਲ ਦੇ ਨਾਲ ਭਾਰਤ ਦੀ ਜਿਹੜੀ ਖੁਫੀਆ ਏਜੰਸੀ ਨੇ, ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਪੋਲੀਟੀਕਲ ਪਾਰਟੀਆਂ ਤਾਂ ਹੈ ਹੀ ਸਾਰੀਆਂ ਹੀ ਗੰਦੀਆਂ ਨੇ, ਚਾਹੇ ਉਹ ਭਾਜਪਾ ਹੈ, ਚਾਹੇ ਕਾਂਗਰਸ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਆਪ ਹੈ, ਇਹ ਸਾਰੇ ਵੋਟ ਬੈਂਕ ਦੀ ਪੋਲਿਟਿਕਸ ਖੇਡਦੇ ਨੇ। ਇਹਨਾਂ ਦੇ ਇਲਾਵਾ ਇੱਕ ਪਰਮਾਨੈਂਟ ਸਰਕਾਰ ਹੁੰਦੀ ਹੈ, ਉਹ ਪਰਮਾਨੈਂਟ ਸਰਕਾਰ ਪਤਾ ਕਿਹੜੀ ਹੈ? ਜਿਹੜੀ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ, ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ, ਜਿਹੜੀਆਂ ਕਿ IAS ਤੇ IPS ਲੌਬੀਜ਼ ਨੇ, ਜਿਹੜੀਆਂ ਕਿ ਸਰਕਾਰਾਂ ਨੂੰ ਸੇਧ ਦਿੰਦੀਆਂ ਨੇ, ਉਹ ਪਲੈਨਿੰਗ ਬਣਾਉਂਦੀਆਂ ਨੇ, ਜਿਹਨੂੰ ਕਿ ਆਪਾਂ ਸਟੇਟ ਪਾਲਿਸੀ ਕਹਿੰਦੇ ਹਾਂ। ਉਹ ਪਾਲਿਸੀ ਬਣਾਉਣ ਵਾਲੀ ਪੱਕੀਆਂ ਜਿਹੜੀਆਂ ਸਰਕਾਰਾਂ ਨੇ, ਉਹਨਾਂ ਦੇ ਖੁਫੀਆ ਤੰਤਰ ਇਹ ਸਾਜ਼ਿਸ਼ਾਂ ਦੇ ਪਿੱਛੇ ਹੈਗੇ ਨੇ, ਰਾਜਨੀਤਿਕ ਲੋਕ ਨੇ ਇਹਨਾਂ ਦੇ ਪਿੱਛੇ। ਇਹ ਸਾਰਾ ਕੁਝ ਪੰਜਾਬ ਦੀ ਵੋਟ ਪੋਲਿਟਿਕਸ ਨੂੰ ਇਨਫਲੂਐਂਸ ਕਰਨ ਵਾਸਤੇ ਕੀਤਾ ਜਾਂਦਾ ਹੈ। ਇਹ ਬੇਅਦਬੀਆਂ ਦਾ ਸਿਲਸਿਲਾ ਤੁਸੀਂ ਇਹ ਦੇਖੋ ਕਿ ਕਦੀ ਉੱਤਰਾਖੰਡ ਦੇ ਵਿੱਚ, ਕਦੀ ਜਾ ਕਰਕੇ ਦਿੱਲੀ ਦੇ ਵਿੱਚ, ਜਾਂ ਕਦੀ ਬੰਬੇ ਦੇ ਵਿੱਚ ਇਹੋ ਜਿਹੀ ਘਟਨਾਵਾਂ ਨਹੀਂ ਵਾਪਰ ਰਹੀਆਂ, ਇਹ ਇੱਥੇ ਹੀ ਵਾਪਰਦੀਆਂ ਨੇ, ਕਿਉਂਕਿ ਸਿੱਖਾਂ ਦੀ ਇੱਥੇ ਵੋਟ ਜਿਹੜੀ ਹੈ ਜ਼ਿਆਦਾ ਹੈ ਐਜ਼ ਕੰਪੇਅਰ ਟੂ ਅਦਰਸ। ਤੋ ਇਸ ਕਰਕੇ ਇਹ ਵੋਟ ਪੋਲਿਟਿਕਸ ਨੂੰ ਇਨਫਲੂਐਂਸ ਕਰਨ ਦੇ ਵਾਸਤੇ ਇਹ ਭਾਰਤ ਦੇ ਇੱਕ ਪੰਜਾਬ ਦੇ ਜਿਹੜੇ ਰਾਜਨੀਤਿਕ ਲੋਕ ਨੇ ਅਤੇ ਜਿਹੜੀਆਂ ਖੁਫੀਆ ਏਜੰਸੀਆਂ ਨੇ, ਇਹ ਸਾਰਾ ਕੁਝ ਇਹਨਾਂ ਦੀ ਸ਼ਰਾਰਤ ਦੀ ਉਪਜ ਹੈਗੀ ਹੈ, ਇਹ ਬੇਅਦਬੀਆਂ, ਔਰ ਇਸ ਕਰਕੇ ਇਹ ਲਗਾਤਾਰ ਬੇਅਦਬੀਆਂ। ਦੂਜੀ ਗੱਲ ਕਿ ਜਿਸ ਵੇਲੇ ਕੋਈ ਵਿਅਕਤੀ ਫੜਿਆ ਜਾਂਦਾ ਤੇ ਵੱਧ ਤੋਂ ਵੱਧ ਕੀ ਹੈ 295A, ਹੁਣ 295A ਕੀ ਹੈ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਦੇ ਹਾਂ, ਵੱਧ ਤੋਂ ਵੱਧ 3 ਸਾਲ ਦੀ ਸਜ਼ਾ, ਜ਼ਮਾਨਤ ਹੋ ਜਾਂਦੀ ਹੈ। ਤਾਂ ਇਹ ਜਿਹੜਾ ਸ਼ਰਾਰਤ ਕਰਨ ਵਾਲਾ ਵਿਅਕਤੀ ਹੈ, ਜਿਹੜੇ ਪਿੱਛੇ ਜਿਹੜੇ ਕਿ ਜਾ ਕੇ ਬੇਅਦਬੀ ਕਰਨੀ ਹੈ, ਉਹਨੂੰ ਪਤਾ ਹੈ ਕਿ ਬਈ 3 ਸਾਲ ਦੀ ਸਜ਼ਾ ਹੈ, ਉਹਦੇ ਪਿੱਛੇ ਉਹਨੂੰ ਕਿੰਨੇ ਲੱਖ ਰੁਪਈਆ ਮਿਲਣਾ, ਉਹ ਵਿਅਕਤੀ ਬੇਅਦਬੀ ਕਰਨ ਲਈ ਤਿਆਰ ਹੋ ਜਾਂਦਾ ਹੈ, ਕਿਉਂਕਿ ਕੋਈ ਵੱਡੀ ਕੋਈ ਸਜ਼ਾ ਇਹਦੇ ਪਿੱਛੇ ਇਨਵੋਲਵ ਨਹੀਂ ਹੈ। ਜਿਵੇਂ ਕਿ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਜਦੋਂ ਦੀ ਇਹ ਭਾਜਪਾ ਦੀਆਂ ਸਰਕਾਰਾਂ ਬਣਨੀਆਂ ਸ਼ੁਰੂ ਹੋਈਆਂ ਨੇ, ਸੂਬਿਆਂ ਦੇ ਵਿੱਚ ਤੇ ਸੈਂਟਰ ਦੇ ਵਿੱਚ, ਸੂਬਿਆਂ ਦੇ ਵਿੱਚ ਗਾਂ ਨੂੰ ਮਾਰਨ ਦੀ ਉਮਰ ਕੈਦ ਕਰਤੀ ਹੈ। ਇੱਕ ਡੰਗਰ ਮਰ ਜਾਏ, ਸਾਡੇ ਵਾਸਤੇ ਸਿੱਖ ਧਰਮ ਦੇ ਵਾਸਤੇ ਤਾਂ ਡੰਗਰ ਹੈ, ਜਾਨਵਰ ਹੈ, ਠੀਕ ਹੈ, ਕੋਈ ਪੂਜਦਾ ਹੈ ਉਹਨੂੰ ਆਪਣੀ ਮਰਜ਼ੀ ਨਾਲ ਪੂਜੀ ਜਾਣ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਕੋਈ ਮਾਤਾ ਕਹਿੰਦਾ ਕਹੀ ਜਾਏ, ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਹੈ ਉਹ ਇੱਕ ਐਨੀਮਲ, ਔਰ ਉਸ ਕਾਉ ਨੂੰ ਮਾਰਨ ਦਾ ਉਮਰ ਕੈਦ ਹੈ। ਲੇਕਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਏ, ਤਖਤ ਦੇ ਉੱਤੇ ਬੀੜੀ ਸਿਗਰਟ ਕੋਈ ਸੁੱਟ ਦੇਵੇ, ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਸੁੱਟਦੇ ਜਾਣ, 295A 3 ਸਾਲ ਦੀ ਸਜ਼ਾ। ਸੋ
ਕਾਨੂੰਨੀ ਤੌਰ ਤੇ ਕੋਈ ਐਸਾ ਪ੍ਰਾਵਧਾਨ ਨਹੀਂ ਹੈ ਜਿਹਦਾ ਕਿ ਗਲਤੀ ਕਰਨ ਵਾਲੇ ਨੂੰ ਕੋਈ ਖੌਫ ਹੋਏ ਕਿ ਹਾਂ ਬਈ ਮੈਨੂੰ ਐਡੀ ਵੱਡੀ ਸਜ਼ਾ ਮਿਲਣੀ ਹੈ, ਉਹਦੇ ਕਰਕੇ ਉਹ ਗਲਤੀ ਕਰਨ ਤੋਂ ਜਾਂ ਬੇਅਦਬੀ ਕਰਨ ਤੋਂ ਸੰਕੋਚ ਕਰੇ। ਸੋ ਇਹ ਇੱਕ ਅਗਲਾ ਕਾਰਨ ਹੈ। ਡਾਕਟਰ ਸਾਹਿਬ, ਮਾਫ ਕਰਨਾ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਸਾਰੇ ਧਰਮ ਸਤਿਕਾਰਯੋਗ ਨੇ, ਸਾਰੇ ਪਵਿੱਤਰ ਗ੍ਰੰਥਾਂ ਦਾ ਵੀ ਸਤਿਕਾਰ ਕਰਦੇ ਹਾਂ, ਸਾਰੇ ਗ੍ਰੰਥ ਸਤਿਕਾਰਯੋਗ ਨੇ, ਔਰ ਕਿਸੇ ਦੀ ਵੀ ਬੇਅਦਬੀ ਜਿਹੜੀ ਕਰਨੀ ਹੈ ਇੱਕ ਉਹ ਬਹੁਤ ਹੀ ਵੱਡਾ ਜਿਹੜਾ ਗੁਨਾਹ ਪਾਇਆ ਜਾਂਦਾ। ਲੇਕਿਨ ਇਹ ਬੇਅਦਬੀਆਂ ਪੰਜਾਬ 'ਚ ਹੋ ਰਹੀਆਂ ਨੇ ਔਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੀ ਹੋ ਰਹੀਆਂ ਨੇ, ਤੇ ਉਹਦੇ ਪਿੱਛੇ ਜਿਨ੍ਹਾਂ ਦਾ ਹੱਥ ਹੁੰਦਾ ਜਿਹੜੇ ਕਰਦੇ ਨੇ, ਤੁਹਾਡੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ ਵੀ ਫਟਾਫਟ ਉਹਨਾਂ ਬੰਦੇ ਨੂੰ ਸਰਕਾਰਾਂ ਵੀ ਮੈਂਟਲੀ ਰਿਟਾਰਡ ਜਿਹੜੀਆਂ ਨੇ ਕੋਸ਼ਿਸ਼ ਕਰ ਦਿੰਦੀਆਂ ਨੇ, ਇਹ ਬੇਅਦਬੀਆਂ ਨੂੰ ਠੱਲ ਕਿਵੇਂ ਪਾਈ ਜਾ ਸਕਦੀ ਹੈ? ਕਿ ਇਹਦੇ ਪਿੱਛੇ ਪੰਜਾਬ ਦੀ ਅਸ਼ਾਂਤੀ ਨੂੰ ਭੰਗ ਕਰਨ ਦਾ ਕੋਈ ਦੇਖੋ ਸਰਕਾਰਾਂ ਦਾ ਇਹ ਤਾਂ ਨਹੀਂ? ਕੋਈ ਸ਼ੱਕ ਨਹੀਂ ਹੈਗਾ ਕਿ ਜਿਸ ਵੇਲੇ ਕੋਈ ਵਿਅਕਤੀ ਫੜਿਆ ਜਾਂਦਾ ਹੈ ਤਾਂ ਫਟ 2-4 ਦਿਨਾਂ ਦੇ ਪੁਲਿਸ ਰਿਮਾਂਡ ਦੇ ਬਾਅਦ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਜੀ ਜਿਸ ਬੰਦੇ ਨੇ ਬੇਅਦਬੀ ਕੀਤੀ ਹੈ ਜੀ ਉਹ ਮੈਂਟਲੀ ਰਿਟਾਰਡਡ ਸੀਗਾ, ਦਿਮਾਗੀ ਤੌਰ ਤੇ ਹਿੱਲਿਆ ਸੀਗਾ। ਕਿੱਥੇ ਉਹ ਬੰਦਾ? ਦੇਖੋ ਇਹ ਲੁਧਿਆਣੇ ਤੋਂ ਬੰਦਾ ਗਿਆ ਜਿਹੜਾ ਤਖਤ ਕੇਸਗੜ੍ਹ ਸਾਹਿਬ ਤੇ ਬੇਅਦਬੀ ਕੀਤੀ ਹੈ, ਉੱਥੋਂ 150 ਕਿਲੋਮੀਟਰ ਜਾ ਕੇ ਬੇਅਦਬੀ ਕਰਕੇ ਆਇਆ ਅਗਲਾ। ਸੋ ਮੈਂਟਲੀ ਰਿਟਾਰਡਡ ਦੇ ਤਾਂ ਇਹਨਾਂ ਨੇ, ਮੈਂ ਤੁਹਾਨੂੰ ਦੱਸਿਆ ਨਾ, ਸਰਕਾਰਾਂ ਨੇ ਪਹਿਲਾਂ ਹੀ ਉਸ ਵਿਅਕਤੀ ਦੀ ਢਾਲ ਬਣਾਈ ਹੋਈ ਹੁੰਦੀ ਹੈ ਕਿ ਇਹ ਬੰਦਾ ਮੈਂਟਲੀ ਰਿਟਾਰਡਡ ਹੈ। ਮੈਂਟਲੀ ਰਿਟਾਰਡਡ ਮਤਲਬ ਕਿ ਇੱਕ ਢਾਲ ਹੈ, ਸ਼ੀਲਡ ਹੈ, ਠੀਕ ਹੈ। ਉਹ ਪਹਿਲਾਂ ਹੀ ਇੱਕ ਸਰਟੀਫਿਕੇਟ ਪਹਿਲਾਂ ਤਿਆਰ ਕੀਤਾ ਹੋਇਆ, ਜਿਹਦੇ ਨਾਲ ਕਿ ਇਸ ਢਾਲ ਨੂੰ ਇਸਤੇਮਾਲ ਕਰਕੇ ਫਰਦਰ ਜਿਹੜੀ ਅੱਗੇ ਇਨਕੁਆਇਰੀ ਕਰਨੀ ਹੈ ਕਿ ਕਿਹਨਾਂ ਲੋਕਾਂ ਦੇ ਹੱਥ ਨੇ ਇਹਦੇ ਪਿੱਛੇ, ਉੱਥੇ ਫੁੱਲ ਸਟਾਪ ਲੱਗ ਜਾਏ, ਅੱਗੇ ਗੱਲ ਜਾਏ ਨਾ। ਸੋ ਕਹਿਣ ਤੋਂ ਭਾਵ ਮੇਰਾ ਇਹ ਹੈਗਾ ਹੈ ਕਿ ਕਿਉਂਕਿ ਇਹ ਸਾਰਾ ਕੁਝ ਇੱਕ ਸਾਜ਼ਿਸ਼ ਦਾ ਹਿੱਸਾ ਹੈ, ਸਿੱਖਾਂ ਦੇ ਸੈਂਟੀਮੈਂਟਸ ਨੂੰ ਜਿਹੜਾ ਹੈ ਉਹ ਭੜਕਾਉਣ ਵਾਸਤੇ, ਕਿ ਕਿਸੇ ਨਾ ਕਿ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਹਦੇ ਪਿੱਛੇ ਇੱਕ ਸਾਜ਼ਿਸ਼ ਹੈ ਕਿ ਵੀ ਸਿੱਖ ਨੌਜਵਾਨ ਕਿਸੇ ਨਾ ਕਿਸੇ ਤਰੀਕੇ ਨਾਲ ਭੜਕੇ, ਪੰਜਾਬ ਦਾ ਮਾਹੌਲ ਖਰਾਬ ਹੋਏ, 100-200 ਨੌਜਵਾਨਾਂ ਨੂੰ ਮਾਰਨ ਦਾ ਸਾਨੂੰ ਮੌਕਾ ਮਿਲ ਜਾਏ, ਇਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਣ ਦਾ ਮੌਕਾ ਮਿਲ ਜਾਏ। ਸੋ ਇੱਕ ਸਾਜ਼ਿਸ਼ ਹੈ ਇਹਦੇ ਪਿੱਛੇ ਕਿ ਸਿੱਖ ਨੂੰ ਵੱਧ ਤੋਂ ਵੱਧ ਉਹਦੇ ਤਖਤਾਂ ਤੇ ਬੇਅਦਬੀਆਂ ਕਰਕੇ, ਉਹਦੇ ਗੁਰਦੁਆਰਿਆਂ ਵਿੱਚ ਬੇਅਦਬੀਆਂ ਕਰਕੇ ਜਿਹੜਾ ਹੈ ਜ਼ਲੀਲ ਕੀਤਾ ਜਾਵੇ। ਤੇ ਜੇ ਉਹ ਹਥਿਆਰ ਚੁੱਕਦਾ ਹੈ ਤੇ ਜੇ ਉਹ ਭੜਕਾਹਟ ਵਿੱਚ ਆਉਂਦਾ ਹੈ ਤਾਂ ਵੀ ਸਰਕਾਰ ਜਿਹੜੀ ਹੈ ਕਹਿੰਦੇ ਕਿ ਠੀਕ ਹੈ ਇਹਨਾਂ ਨੂੰ ਚੁੱਕ ਕੇ ਅੰਦਰ ਕਰ ਦਿਓ। ਸੋ ਕੁੱਲ ਮਿਲਾ ਕਰਕੇ ਇਹਦੇ ਪਿੱਛੇ ਇੱਕ ਪ੍ਰੋਪਰ ਸਟੇਟ ਪਾਲਿਸੀ ਕੰਮ ਕਰ ਰਹੀ ਹੈ, ਸਟੇਟ ਦੀ ਸਾਜ਼ਿਸ਼ ਕੰਮ ਕਰ ਰਹੀ ਹੈ, ਸਟੇਟ ਦੀ ਜਿਹੜੀ ਹੈ ਇੱਕ ਬੜੀ ਗੰਦੀ ਸੋਚ ਇਹਦੇ ਪਿੱਛੇ ਕੰਮ ਕਰ ਰਹੀ ਹੈ। ਮੈਂ ਸਮਝਦਾ ਕਿ ਇਹਦੇ ਵਾਸਤੇ ਪੰਥਕ ਜਥੇਬੰਦੀਆਂ ਨੂੰ, ਸਿਆਸੀ ਜਥੇਬੰਦੀਆਂ ਨਹੀਂ, ਪੰਥਕ ਜਥੇਬੰਦੀਆਂ ਨੂੰ ਇਸ ਚੈਲੰਜ ਨੂੰ ਸਾਂਝੇ ਰੂਪ ਦੇ ਵਿੱਚ ਟੈਕਲ ਕਰ ਸਕਦੀਆਂ ਨੇ। ਔਰ ਇਹਦੇ ਵਾਸਤੇ ਕਿਧਰੇ ਨਾ ਕਿਧਰੇ ਮੈਂ ਸਮਝਦਾ ਕਿ ਜਿਹੜੇ ਖਾਲਸਾਈ ਪਰੰਪਰਾਵਾਂ ਨੇ, ਸਾਨੂੰ ਉਸ ਖਾਲਸਾਈ ਪਰੰਪਰਾਵਾਂ ਨੂੰ ਮੁੜ ਦੁਹਰਾਉਣਾ ਪਏਗਾ। ਜਦ ਅਸੀਂ ਖਾਲਸਾਈ ਪਰੰਪਰਾਵਾਂ ਨੂੰ ਮੁੜ ਦੁਹਰਾਵਾਂਗੇ ਤਾਂ ਚੇਤੇ ਰੱਖਿਓ ਕਿ ਇਹ ਬੇਅਦਬੀਆਂ ਇੱਕਦਮ ਉਹਨਾਂ ਨੂੰ ਠੱਲ ਪੈ ਜਾਵੇਗੀ। ਸੋ ਇੱਕੋ ਹੀ ਹੱਲ ਹੈ ਕਿ ਖਾਲਸਾਈ ਪਰੰਪਰਾਵਾਂ ਦੇ ਨਾਲ, ਖਾਲਸੇ ਜਜ਼ਬੇ ਦੇ ਨਾਲ ਇਹਨਾਂ ਦੋਸ਼ੀਆਂ ਨੂੰ ਜਿਹੜਾ ਹੈ ਸਜ਼ਾਵਾਂ ਦਿੱਤੀਆਂ ਜਾਣ। ਮੇਰਾ ਇਹ ਮੰਨਣਾ ਹੈ। ਡਾਕਟਰ ਸਾਹਿਬ, ਮੇਰਾ ਇੱਕ ਲਾਸਟ ਕੁਐਸਚਨ ਹੈਗਾ, ਬਈ ਪਹਿਲਾਂ ਗੁਰੂ ਸਾਹਿਬ ਨੇ ਰਾਜਨੀਤੀ ਤੇ ਧਰਮ ਦਾ ਕੁੰਡਾ ਰੱਖਿਆ, ਲੇਕਿਨ ਅੱਜ ਉਹਦੇ ਉਲਟ ਹੈ, ਧਰਮ ਤੇ ਰਾਜਨੀਤੀ ਦਾ ਕੁੰਡਾ ਚੱਲਦਾ ਪਿਆ। ਔਰ ਸਾਡੇ ਜਿਹੜੇ ਨੇ ਇਸ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਜਾਂ ਤਖਤਾਂ ਤੇ ਜਥੇਦਾਰਾਂ ਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਤਾਂ ਕਿ ਫਿਰ ਤੋਂ ਜਿਹੜਾ ਰਾਜਨੀਤੀ ਤੇ ਧਰਮ ਦਾ ਕੁੰਡਾ ਹੋਵੇ ਤੇ ਇਹਨਾਂ ਬੇਟੀਆਂ ਨੂੰ ਠੱਲ ਪਾਈ ਜਾ ਸਕੇ? ਦੇਖੋ, ਧਰਮ ਨੇ ਰਾਜਨੀਤਿਕ ਵਿਅਕਤੀਆਂ ਦੇ ਉੱਤੇ ਕੁੰਡਾ ਰੱਖਣਾ ਸੀਗਾ। ਇਹ ਸਾਡੀ ਜਿਹੜੀ ਹੈ ਮਰਿਆਦਾ ਹੈ ਕਿ ਰਾਜਨੀਤੀ ਧਰਮ ਦੇ ਪ੍ਰਭਾਵ ਦੇ ਹੇਠ ਚੱਲੇ, ਲੇਕਿਨ ਅੱਜ ਇਸ ਤੇ ਬਿਲਕੁਲ ਉਲਟ ਹੋ ਗਿਆ। ਅੱਜ ਜਿੱਥੇ ਤੱਕ ਸਿੱਖ ਰਾਜਨੀਤੀ ਦਾ ਸਵਾਲ ਹੈ, ਇਸ ਨੂੰ ਸਾਰਾ ਕੁਝ ਕੰਟਰੋਲ ਕਰ ਰਿਹਾ ਹੈ ਇੱਕ ਪਰਿਵਾਰ, ਆਪਣੀ ਜਾਤੀ ਮਫਾਦਾਂ ਵਾਸਤੇ। ਇਸੇ ਕਰਕੇ ਉਹ ਆਪਣੀ ਕਨਵੀਨੀਅੰਸ ਮੁਤਾਬਕ, ਆਪਣੀ ਸੂਟੇਬਿਲਿਟੀ ਦੇ ਮੁਤਾਬਕ ਜਿਹੜੇ ਉਹਨਾਂ ਨੂੰ ਜਥੇਦਾਰ ਸੂਟ ਕਰਦੇ ਨੇ, ਠੀਕ ਹੈ, ਉਹਨਾਂ ਨੂੰ ਸੂਟੇਬਲ ਨੇ, ਉਹਨਾਂ ਦੇ ਕਹਿਣ ਮੁਤਾਬਕ ਚੱਲਦੇ ਨੇ, ਉਹ ਉਹਨਾਂ ਜਥੇਦਾਰਾਂ ਨੂੰ ਲੈ ਕਰਕੇ ਅੱਗੇ ਆਉਂਦੇ ਪਏ ਨੇ। ਔਰ ਸਾਡੇ ਸਾਰੇ ਸਿਸਟਮ ਦਾ ਭ੍ਰਿਸ਼ਟ ਹੋਣਾ ਜਾਂ ਸਾਡੇ ਸਾਰੇ ਧਾਰਮਿਕ ਮਰਿਆਦਾ ਦਾ ਉਲਟ ਪੁਲਟ ਹੋ ਜਾਣਾ,
ਉਹਦੇ ਪਿੱਛੇ ਕਾਰਨ ਇਹ ਹੋਈ ਹੈ ਕਿ ਇਸ ਸਾਰੇ ਸਿਸਟਮ ਧਾਰਮਿਕ ਸਿਸਟਮ ਨੂੰ ਜਿਹੜੀ ਸਾਡੇ ਤਖਤਾਂ ਦੀ ਮਰਿਆਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਸਟਮ ਹੈ, ਉਸ ਨੂੰ ਚਲਾਉਣ ਵਾਲੇ ਇੱਕ ਜਿਹੜੇ ਪਰਿਵਾਰ ਹੈ ਔਰ ਉਹ ਵੀ ਉਹ ਲੋਕ ਨੇ ਜੋ ਕਿ ਭ੍ਰਿਸ਼ਟਾਚਾਰ ਦੇ ਵਿੱਚ ਯਕੀਨ ਰੱਖਦੇ ਨੇ। ਇਸ ਕਰਕੇ ਅਸੀਂ ਦਿਨ ਪ੍ਰਤੀ ਦਿਨ ਇਹ ਬੇਅਦਬੀਆਂ ਨੂੰ, ਇਹ ਤਰਾਸਦੀ ਨੂੰ ਵੇਖ ਰਹੇ ਹਾਂ। ਇਸ ਨੂੰ ਮੈਂ ਫਿਰ ਕਹਾਂਗਾ, ਇਸ ਨੂੰ ਚੈਲੰਜ ਦੇ ਰੂਪ ਵਿੱਚ ਲੈਣਾ ਚਾਹੀਦਾ ਹੈ, ਇਸ ਨੂੰ ਵੰਗਾਰ ਦੇ ਰੂਪ ਵਿੱਚ ਲੈਣਾ ਚਾਹੀਦਾ ਹੈ। ਹੋਰ ਜਦ ਵੰਗਾਰ ਦੇ ਰੂਪ ਵਿੱਚ ਲਵਾਂਗੇ ਤਾਂ ਮੇਰਾ ਮੰਨਣਾ ਹੈ ਸਾਨੂੰ ਖਾਲਸਾਈ ਪਰੰਪਰਾਵਾਂ ਜਿਹੜੀਆਂ ਨੇ ਉਹਨਾਂ ਦਾ ਪੂਰਾ ਇਸਤੇਮਾਲ ਕਰਨਾ ਪਏਗਾ। ਸਮਾਂ ਬਹੁਤ ਹੋ ਗਿਆ, ਪਰ ਸਵਾਲ ਚੋਂ ਵੀ ਸਵਾਲ ਨਿਕਲ ਆਇਆ ਵੀ ਚਰਨਜੀਤ ਸਿੰਘ ਚੰਨੀ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ, ਜਦੋਂ ਉਹਨਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਮਿਲਿਆ, ਤਾਂ ਉਹ ਵੀ ਤੇ ਪੰਜਾਬ ਤੇ ਕਾਂਗਰਸ ਦੇ ਜਿਹੜੇ ਪੰਜਾਬ ਪ੍ਰਧਾਨ ਜਿਹੜੇ ਨਵਜੋਤ ਸਿੰਘ ਸਿੱਧੂ, ਉਹ ਉੱਥੇ ਮੀਡੀਆ ਦੇ ਵਿੱਚ ਇਹ ਗੱਲ ਨੂੰ ਮੰਨ ਕੇ ਗਏ ਔਰ ਉਹ ਆਪਣੀ ਜ਼ਬਾਨੀ ਕਹਿ ਕੇ ਵੀ ਗਏ ਆ ਬਈ ਰਾਜਨੀਤੀ ਜਿਹੜੀ ਹੈ ਧਰਮ ਅਨੁਸਾਰ ਚਲਾਈ ਜਾਏਗੀ। ਕੀ ਇਸ ਤਰ੍ਹਾਂ ਚੱਲੇਗੀ? ਮੈਂ ਸਮਝਦਾ ਕਿ ਨਵਜੋਤ ਸਿੰਘ ਸਿੱਧੂ ਖੁਦ ਆਪਣੇ ਆਪ ਧਰਮ ਦੇ ਵਿੱਚ ਨਹੀਂ ਹੈਗਾ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ। ਜੇ ਉਹ ਸਿੱਖ ਘਰਾਣੇ ਨਾਲ ਸੰਬੰਧਿਤ ਹੈ ਤਾਂ 2-2 ਇੰਚ ਲੰਮੀਆਂ ਮੌਲੀਆਂ ਬਣਨੀਆਂ, ਧਾਗੇ ਬਣਨੇ ਤੇ ਕੇਸਾਂ ਦੀ, ਰੋਮਾਂ ਦੀ, ਦਾੜੀ ਦੀ ਬੇਅਦਬੀ ਕਰਨੀ। ਸੋ ਜਿਹੜਾ ਵਿਅਕਤੀ ਖੁਦ ਇੱਕ ਮਰਿਆਦਾ ਦੇ ਵਿੱਚ ਨਹੀਂ ਹੈ, ਉਹ ਕਿਵੇਂ ਕਹਿ ਸਕਦਾ ਹੈ ਕਿ ਰਾਜਨੀਤੀ ਧਰਮ ਦੇ ਹੇਠ ਚਲੇਗੀ? ਪਹਿਲਾਂ ਧਰਮ ਵਾਲੇ ਬਣ ਜਾਣ, ਫਿਰ ਉਹਦੇ ਬਾਅਦ ਰਾਜਨੀਤੀ ਦੀ ਗੱਲ। ਸੋ ਦੋਸਤੋ, ਇਹ ਸਨ ਡਾਕਟਰ ਬਲਜਿੰਦਰ ਸਿੰਘ ਜੀ, ਉੱਘੇ ਸਿੱਖ ਚਿੰਤਕ, ਸਿੱਖ ਵਿਦਵਾਨ। ਤੇ ਇਸ ਇੰਟਰਵਿਊ ਨੂੰ ਕਰਨ ਦਾ ਸਾਡੇ ਚੈਨਲ ਤੋਂ ਮਕਸਦ ਇਹੋ ਹੀ ਹੈ ਕਿ ਕੋਈ ਵੀ ਧਰਮ ਹੈ ਜਾਂ ਕੋਈ ਵੀ ਪਾਵਨ ਪਵਿੱਤਰ ਗ੍ਰੰਥ ਹੈ, ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਂਝੀਵਾਲਤਾ ਦੇ ਪ੍ਰਤੀਕ ਨੇ, ਚਾਹੇ ਉਹ ਰਮਾਇਣ ਹੈ, ਚਾਹੇ ਉਹ ਕੁਰਾਨ ਸ਼ਰੀਫ ਹੈ, ਚਾਹੇ ਉਹ ਗੀਤਾ, ਕੋਈ ਵੀ ਹੈ, ਉਹਨਾਂ ਦਾ ਸਤਿਕਾਰ ਹੋਣਾ ਚਾਹੀਦਾ। ਔਰ ਜੋ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਇੱਕ ਜਾਨਵਰ ਨੂੰ ਮਾਰਨ ਦੀ ਤਾਂ ਉਮਰ ਕੈਦ ਹੈ, ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਅਦਾਲਤਾਂ ਜਿਹੜੀਆਂ ਨੇ ਲਿਵਿੰਗ ਗੁਰੂ ਮੰਨ ਚੁੱਕੀਆਂ ਨੇ, ਸਿਰਫ 295 ਇਹ ਧਾਰਾ ਜਿਹੜੀ ਹੈ ਲਾਈ ਜਾਂਦੀ ਆ। ਅਗਰ ਧਾਰਮਿਕ ਪਵਿੱਤਰ ਗ੍ਰੰਥਾਂ ਦੀ ਬੇਇੱਜ਼ਤੀ ਕਰਨ ਦੇ ਉੱਤੇ ਵੀ ਸਖਤ ਸਜ਼ਾਵਾਂ ਹੋਣ ਤਾਂ ਮੈਂ ਸੋਚਦਾ ਕਿ ਕਦੇ ਵੀ ਕੋਈ ਇਹ ਨਹੀਂ ਕਰੇਗਾ ਕਿ ਉਹ ਕਿਸੇ ਵੀ ਪਵਿੱਤਰ ਗ੍ਰੰਥ ਦੀ ਬੇਅਦਬੀ ਕਰ ਸਕੇ। ਔਰ ਅਸੀਂ ਇਹ ਚਾਹੁੰਦੇ ਹਾਂ ਕਿ ਹਰ ਗ੍ਰੰਥ ਨੂੰ ਅਸੀਂ ਨਮਨ ਕਰਦੇ ਹਾਂ ਔਰ ਹਰ ਗ੍ਰੰਥ ਦਾ ਸਤਿਕਾਰ ਕੀਤਾ ਜਾਵੇ, ਕਿਉਂਕਿ ਸਾਡੇ ਗੁਰੂਆਂ, ਪੀਰਾਂ, ਪੈਗੰਬਰਾਂ, ਭਗਤਾਂ ਨੇ ਉਹ ਗ੍ਰੰਥ ਜਿਹੜੇ ਲਿਖੇ ਨੇ, ਜਿਹੜੇ ਇਨਸਾਨ ਨੂੰ ਜ਼ਿੰਦਗੀ 'ਚ ਸਹੀ ਸੇਧ ਦਿੰਦੇ ਨੇ। ਔਰ ਇਹਦੇ ਨਾਲ ਅਸੀਂ ਜੋ ਇਹਦੇ 'ਚ ਪ੍ਰੋਫੈਸਰ ਸਾਹਿਬ ਨੇ ਬਿਆਨ ਕੀਤਾ ਜਥੇਦਾਰਾਂ ਦੇ ਕਿਰਦਾਰਾਂ ਦਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ, ਹੋਰ ਵੀ ਸਾਰਾ ਕੁਝ, ਮੇਰਾ ਖਿਆਲ ਹੈ ਕਿ ਇਸ ਚੀਜ਼ ਨੂੰ ਸਾਰੇ ਸਰੋਤੇ ਜਿਹੜੇ ਮੱਦੇਨਜ਼ਰ ਰੱਖਦੇ ਹੋਏ ਉਹ ਚੰਗੀਆਂ ਲੀਹਾਂ ਵੱਲ ਚੱਲਣ ਦੀ ਜਿਹੜੀ ਕੋਸ਼ਿਸ਼ ਕਰਨਗੇ। ਤੋਂ ਅਸੀਂ ਗੱਲਬਾਤ ਕਰ ਰਹੇ ਸੀ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਦੇ ਨਾਲ, ਔਰ ਲੋਕ ਭਲਾਈ ਟੀਵੀ ਲਈ ਮੈਂ ਹਾਂ ਅੰਮ੍ਰਿਤਸਰ ਤੋਂ ਇੰਦਰਮੋਹਨ ਸਿੰਘ ਅੰਜਾਨ।